ਅੱਛਾ ਜੀ, ਗੱਲ ਇਹ ਕਰਦੇ ਸੀ ਪਏ ਕਿ ਉਹ ਵੀ ਦੌਰ ਵੇਖਿਆ ਜਦੋਂ ਹਨੇਰੀ ਚੜ੍ਹਦੀ ਹੈ ਨਾ। Yeah, ਜਿਹਨੂੰ ਕਹਿੰਦੇ ਸੂਈ ਹਨੇਰੀ ਚੜੀ ਹੈ yeah, ਤੇ ਕਿਤੇ ਕੋਈ ਹਾਦਸਾ ਹੋਇਆ yeah. ਇੰਨੀ ਗੱਲ ਹੁੰਦੀ ਹੈ। It is. ਕੋਈ ਕਤਲ ਹੋ ਗਿਆ, ਕਿਧਰੇ Yeah. ਕੋਈ ਜ਼ੁਲਮ ਹੋ ਗਿਆ। ਹੁਣ ਅੱਜ ਕੱਲ ਜੇ ਅਗਰ ਹਨੇਰੀਆਂ ਚੜਨ ਵੀ ਉਹ ਮੇਰੀ ਚੜ੍ਹਦੀ ਕੋਈ ਨਹੀਂ ਹੈ। ਚੜੇ ਵੀ ਕਿਤਨੀਆਂ ਕੁ ਚੜਨ, ਰੋਜ਼ ਹੀ ਚੜਨ ਜਾਂ ਹਰ ਝੱਟ ਝੱਟ ਬਾਅਦ ਚੜਦੀਆਂ ਰਹਿਣ, ਕਿਉਂਕਿ ਹੁਣ ਤੇ ਜ਼ੁਲਮ ਤੇ ਹਾਦਸੇ ਜਿਹੜੇ ਨੇ ਉਹ ਰੋਜ਼ਾਨਾ ਦੀ ਰੁਟੀਨ ਬਣ ਗਈ ਹੈ। ਝੱਟ ਝੱਟ ਬਾਅਦ ਰੁਟੀਨ ਬਣ ਗਈ ਹੈ। ਜਗ੍ਹਾ ਜਗ੍ਹਾ ਤੇ ਜ਼ੁਲਮ ਜਿਹੜੇ ਨੇ ਉਹ ਆਉਣੇ ਸ਼ੁਰੂ ਹੋ ਗਏ ਨੇ। ਤੇ ਮੈਂ ਕਹਿੰਦਾ ਵਾਂ ਕਿ ਇਹ ਵੀ ਸਾਡੇ ਨਾ ਪਰਵਰਦਗਾਰ ਦਾ ਬੜਾ ਕੋਈ ਕਰਮ ਹੈ। ਅਸੀਂ ਉਮਤ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਤੇ ਜਿਹਦੀ ਵਜ੍ਹਾ ਤੋਂ ਇਹ ਵੀ ਆ ਮਕਸਦ ਹੈ ਕਿ ਕੋਈ ਖਲੋਤੇ ਆ, Yeah, yeah, ਦੁਨੀਆ ਚੱਲਦੀ ਹੈ ਵੀ ਨਿਜ਼ਾਮ ਚੱਲਦਾ ਪਿਆ। yeah. ਵਰਨਾ ਜਿਸ ਤਰ੍ਹਾਂ ਦੇ ਹਾਦਸੇ ਸੁਣਨੇ ਆ ਪਏ, ਇਹ ਤੇ ਰੂਹ ਕੰਬ ਜਾਣ ਆ ਰਹੇ ਨੇ। ਹੁਣ ਅਗਲੇ ਦਿਨ ਦਾ ਇੱਕ ਵਾਕਿਆ ਮੈਂ ਪੜ੍ਹਿਆ ਹੈ ਕਿ ਮੰਡੀ ਬਹਾਵਲਦੀਨ ਦੇ ਵਿੱਚ ਇੱਕ ਮਾਂ ਨੇ ਆਪਣਿਆਂ ਤਿੰਨਾਂ ਬੱਚਿਆਂ ਨੂੰ ਜ਼ਹਿਰ ਦੇ ਦਿੱਤਾ। ਤੇ ਉਹ ਹਿਸਾਬ ਲਾ ਲਓ ਕਿ ਉਹ ਮਾਂ ਕਿੱਡੀ ਕੁ ਮਜਬੂਰ ਹੋਵੇਗੀ ਕਿ ਮਾਂ ਨੇ, ਉਹ ਮਾਂ ਜਿਹੜੀ ਬੱਚੇ ਨੂੰ ਅਗਰ ਜ਼ਰਾ ਚੋਟ ਲੱਗੇ ਤੇ ਉਹਦਾ ਕਲੇਜਾ ਕੰਬ ਜਾਂਦਾ ਹੈ, ਉਹ ਮਾਂ ਆਪਣਿਆਂ ਤਿੰਨਾਂ ਬੱਚਿਆਂ ਨੂੰ ਜ਼ਹਿਰ ਦਿੰਦੀ ਹੈ ਵੀ ਜਿਹਦੇ ਵਿੱਚ ਦੋ ਜਿਹੜੇ ਨੇ ਉਹ ਗੁਜ਼ਰ ਜਾਂਦੇ ਨੇ, ਇੱਕ ਜਿਹੜਾ ਉਹ ਬਚ ਜਾਂਦਾ, ਉਹਨੂੰ ਹਸਪਤਾਲ ਲੈ ਕੇ ਜਾਂਦੇ ਨੇ ਤਿੰਨਾਂ ਨੂੰ, ਪਰ ਇੱਕ ਬਚ ਜਾਂਦਾ, ਦੋ ਗੁਜ਼ਰ ਜਾਂਦੇ ਨੇ। ਤੇ ਬੱਚੇ ਕਿੰਨੀ ਕੁ ਉਮਰ ਦੇ ਨੇ ਉਹਦੇ? ਬੱਚੇ ਕੋਈ ਛੋਟੇ ਹੀ ਹੈ, ਕੋਈ ਮਤਲਬ ਇੱਕ 8-9 ਸਾਲ ਦਾ ਵੱਡਾ ਆ ਸਭ ਤੋਂ, ਬਾਕੀ ਦੋ ਜਿਹੜੇ ਨੇ ਉਹ ਛੋਟੇ ਹੀ ਹੈ। ਵਜ੍ਹਾ ਕੀ ਬਣੀ? ਵਜ੍ਹਾ ਇਹ ਬਣੀ ਕਿ ਉਹਦਾ ਆਮਦ ਹੁੰਦਾ ਸੀ ਫੈਸਲਾਬਾਦ ਕੰਮ ਕਰਦਾ ਆ। ਉਹ ਘਰ ਬਿਜਲੀ ਦਾ ਬਿੱਲ ਆ ਜਾਂਦਾ ਬਹੁਤ ਜ਼ਿਆਦਾ, ਠੀਕ ਹੈ। ਬਿੱਲ ਜ਼ਿਆਦਾ ਆ ਜਾਂਦਾ, ਬਿੱਲ ਜ਼ਿਆਦਾ ਆਉਣ ਦੀ ਵਜ੍ਹਾ ਤੋਂ ਬਿਜਲੀ ਆ ਰਹੇ ਮੀਟਰ ਵੀ ਲਾ ਕੇ ਲੈ ਜਾਂਦੇ, ਬਿੱਲ ਨਹੀਂ ਤਾਰਨ ਹੁੰਦਾ, ਮੀਟਰ ਲਾ ਕੇ ਲੈ ਜਾਂਦੇ ਨੇ। ਹਾਮਦ ਉਹਦਾ ਮਿਹਨਤ ਮਜ਼ਦੂਰੀ ਕਰਦਾ ਆ ਫੈਸਲਾਬਾਦ, ਉਹਨੇ ਹਾਮਦ ਨੂੰ ਫੋਨ ਕੀਤਾ ਕਿ ਬਈ ਬੱਚੇ ਜਿਹੜੇ ਨੇ ਉਹ ਭੁੱਖੇ ਨੇ, ਬਿੱਲ ਨਹੀਂ ਤਾਰਨ ਹੋਇਆ, ਮੀਟਰ ਵੀ ਲਾ ਕੇ ਲੈ ਗਏ ਨੇ, ਗਰਮੀ ਵੀ ਬੜੀ ਹੈ, ਤੇ ਬੱਚੇ ਜਿਹੜੇ ਨੇ ਉਹ ਰੋਂਦੇ ਨੇ, ਤੇ ਦੱਸ ਮੈਂ ਕੀ ਕਰਾਂ। Yeah, yeah. ਮੈਨੂੰ ਕੋਈ ਪੈਸੇ ਸ਼ੈਸੇ ਟੋਰ, ਮੈਨੂੰ ਕੋਈ ਖਰਚਾ ਟੋਰ, ਤਾਂ ਕਿ ਮੈਂ ਜਿਹੜਾ ਉਹ ਕੋਈ ਨਿਜ਼ਾਮ ਕਰਾਂ। ਬਾਕੀ ਉਹ ਵੀ ਵਿਚਾਰਾ ਮਜ਼ਦੂਰੀ ਕਰਦਾ ਆ, ਕਿਤਨਾ ਕੁ ਕਰਦਾ, ਕਿੱਥੋਂ ਕਰਦਾ। ਉਹਨੇ ਉਹਨੂੰ ਕਿਹਾ ਕਿ ਚੱਲ ਠੀਕ ਹੈ, ਮੈਂ ਕੋਈ ਕਰਨਾ ਵਾ ਕਰਨਾ ਵਾ, ਬਹਰਹਾਲ ਮਜ਼ਦੂਰ ਬੰਦਾ ਕਰ ਵੀ ਕਹਿ ਸਕਦਾ। ਉਸ ਬੀਬੀ ਨੇ ਜਨਾਬ ਤੰਗ ਆ ਕੇ ਇਹ ਕੰਮ। ਇਹ ਕੰਮ ਕੀਤਾ, ਬੱਚਿਆਂ ਨੂੰ ਦਿੱਤਾ ਜ਼ਹਿਰ ਕਿ ਵੀ ਇਹਨਾਂ ਦਾ ਜਿਹੜਾ ਰੋਣਾ ਹੈ, ਭੁੱਖਿਆਂ ਰਹਿਣਾ, ਭੁੱਖ ਇਹਨਾਂ ਦੀ, ਇਹਨਾਂ ਦਾ ਰੋਣਾ ਨਹੀਂ ਬਰਦਾਸ਼ਤ ਹੁੰਦਾ ਮੇਰੇ ਕੋਲ। ਗੱਲ ਕਰਨੇ ਦਾ ਮਤਲਬ ਇਹ ਵੇ ਕਿ ਸਾਡੇ ਜਿਹੜੇ ਹੁਕਮਰਾਨ ਨੇ ਉਹ ਕਹਿੰਦੇ ਨੇ ਕਿ ਅਸੀਂ ਹਜ਼ਰਤ ਉਮਰ ਰਜ਼ੀ ਅੱਲਾਹ ਤਾਲਾ ਅਨਹੂ ਦੇ ਦੌਰੇ ਖਿਲਾਫਤ, ਦੌਰੇ ਹੁਕਮਰਾਨੀ ਨੂੰ ਫਾਲੋ ਕਰਨੇ ਆ। ਅਸੀਂ ਹਜ਼ਰਤ ਉਮਰ ਰਜ਼ੀ ਅੱਲਾਹ ਤਾਲਾ ਅਨਹੂ ਦੇ ਦੌਰੇ ਹੁਕਮਰਾਨੀ ਨੂੰ ਫਾਲੋ ਕਰਨੇ ਆ। ਤੇ ਹਜ਼ਰਤ ਉਮਰ ਰਜ਼ੀ ਅੱਲਾਹ ਤਾਲਾ ਅਨਹੂ ਉਹ ਸੀ ਕਿ ਜਿਹੜੇ ਕਹਿੰਦੇ ਹੁੰਦੇ ਸੀ ਕਿ ਨਹਿਰੇ ਫਰਾਤ ਦੇ ਕਿਨਾਰੇ ਤੇ ਇੱਕ ਕੁੱਤਾ ਵੀ ਅਗਰ ਭੁੱਖਾ ਸੌਂ ਜਾਏਗਾ, ਉਹਦਾ ਵੀ ਹਿਸਾਬ ਉਮਰ ਨੂੰ ਦੇਣਾ ਪਵੇਗਾ। ਅਗਰ ਸਾਡੇ ਹੁਕਮਰਾਨ ਉਹਨਾਂ ਦੀ ਦੌਰੇ ਹੁਕਮਰਾਨੀ ਨੂੰ ਫਾਲੋ ਕਰਦੇ ਨੇ ਤੇ ਕਿਆ ਉਹਨਾਂ ਬੱਚਿਆਂ ਦੀ ਮੌਤ ਨੂੰ ਦਾ ਜ਼ੁਮਾ ਲੈਂਦੇ ਨੇ ਜਿਹੜੇ ਭੁੱਖ ਨਾਲ ਮਾਂ ਨੇ ਮਾਰ ਛੱਡੇ ਨੇ? ਤੇ ਫਿਰ ਉਹਨਾਂ ਦੇ ਜ਼ਿੰਮੇ ਆਉਂਦੇ ਨੇ ਨਾ। ਬੇਸ਼ੱਕ ਆਉਂਦੇ ਨੇ, ਬਾਕੀ ਇਹ ਵੇ ਕਿ ਇੱਥੇ ਕਿਸੇ ਨੂੰ ਪ੍ਰਵਾਹ ਕੋ ਨਹੀਂ। ਹੁਣ ਇੱਥੇ ਜਨਾਜ਼ੇ ਦਾ ਲੱਗਿਆ 15,000 ਰੁਪਇਆ ਤਨਖਾਹ ਹੈ ਹਾਂ, ਤੇ 22,000 ਰੁਪਇਆ ਬਿੱਲ ਹੈ ਤੇਰਾ। ਮੇਰਾ। ਹੂੰ। 22,000 ਤਾਰਿਆਂ ਤੇ ਅੱਗੋਂ ਦੂਜਾ 17,000 ਰੁਪਇਆ ਬਿੱਲ ਹੈ। ਚਲੋ 17,000 ਤਾਰਿਆਂ ਫਿਰ 15,000 ਰੁਪਇਆ ਬਿੱਲ ਹੈ। ਹੁਣ ਉਹ 3 ਮਹੀਨਿਆਂ ਦੇ ਵਿੱਚ ਹਿਸਾਬ ਲਾਓ 50-55,000 ਰੁਪਇਆ ਬਿੱਲ ਹੈ ਤੇ 45,000 ਰੁਪਇਆ 3 ਮਹੀਨੇ ਦੀ ਤਨਖਾਹ ਬਣਦੀ। ਉਹਦੇ ਚ ਖਾਣਾ ਕੇ ਤੇ ਬੱਚਿਆਂ ਨੂੰ ਕੇ ਦੇਣਾ, ਕੋਈ ਗੈਸ ਦਾ ਬਿੱਲ ਦੇਣਾ।
ਸਮਝੇ ਗੱਲ। ਬੰਦੇ ਮਰਨ ਨਾ ਤੇ ਹੋਰ ਕੀ ਕਰਨ। ਇਹਦੇ ਤੋਂ ਇਲਾਵਾ ਹੋਰ ਤੇ ਹਾਲੀ ਕੋਈ ਨਹੀਂ ਹੈ ਮਰਨ ਦੀ ਗੱਲ। ਬਿਲਕੁਲ, ਫਿਰ ਸਾਰੀ ਗੱਲ ਹੈ, ਫਿਰ ਜਿਸ ਵਕਤ ਜੀਣਾ ਮੁਮਕਿਨ ਹੀ ਨਹੀਂ ਰਹਿ ਗਿਆ ਤੇ ਬੰਦਿਆਂ ਨੇ ਫਿਰ ਕੀ ਕਰਨਾ। ਉਹ 50-60 ਹਜ਼ਾਰ ਰੁਪਇਆ ਜਿਹੜਾ ਬਿੱਲ ਹੈ ਉਹ ਬੰਦਾ ਸਾਰੇ ਜਾਂ ਘਰ ਦਾ ਨਿਜ਼ਾਮ ਚਲਾਏ। ਮੈਂ ਕਹਿਣਾ ਵਾ ਕਿ ਜਿਹੜਾ ਬਿੱਲ ਉਹ ਜਿਕਨ ਬੱਚੇ ਛੋਟੇ ਨੇ, ਜੇ ਤੇ ਬੱਚੇ ਮਜ਼ਦੂਰੀ ਕਰਦੇ ਉਹਨਾਂ ਨੂੰ ਬੰਦਾ ਲਾਲਚ ਲਾਉਂਦਾ, ਚਲੋ ਯਾਰ ਮੈਂ ਬਿੱਲ ਤਾਂ ਨਾ ਤੂੰ ਘਰ ਦਾ ਖਰਚਾ ਤੂੰ ਚਲਾ। ਘਰ ਦਾ ਖਰਚਾ ਚਲਾ ਲਈ ਉਹ ਇੰਜੀ ਗਾ ਬੱਚੇ ਛੋਟੇ ਨੇ ਉਹਨਾਂ ਦਾ ਹਾਲ ਹੀ ਕੋਈ ਨਹੀਂ। ਜਾ ਉਹਨਾਂ ਨੂੰ ਬੰਦਾ ਕੀ ਫਾਇਦਾ ਲਾਏ, ਕਿੱਥੇ ਕਰੇ ਬੱਚੇ। 15,000 ਰੁਪਇਆ ਤਨਖਾਹ ਹੈ ਤੇ 20,000 ਰੁਪਇਆ ਬਿੱਲ ਆਇਆ ਪਹਿਲੇ, 22,000 ਪਹਿਲੇ ਇੱਕ ਮਹੀਨੇ ਆਇਆ, 17,000 ਉਹਦੇ ਤੋਂ ਦੂਜੇ ਮਹੀਨੇ ਆ ਗਿਆ, 15,000 ਫੇਰ ਆ 15,000 ਫੇਰ ਆ ਗਿਆ। ਤੇ ਉੱਤੇ ਵੀ ਪੈਸੇ ਆਏ ਨੇ ਨਾਲ ਮੇਰਾ, ਉਹ ਜਿਹੜੀ ਮੋਟੀ ਰਕਮ ਹੈ ਉਹ ਪਤਾ ਨਹੀਂ ਉਹ 200-400 ਉੱਤੇ ਵੀ ਆਉਂਦਾ। ਹੂੰ 22,000 ਦੇ ਨਾਲ ਆਪਣੇ 600 ਤੇ 650। ਆ ਉਹ ਸਾਰੀ ਗੱਲ ਉੱਤੇ ਹੁੰਦਾ ਹੀ ਹੈ ਨਾ ਕੋਈ। ਤੇ ਇੱਥੇ ਫਿਰ ਬੰਦਾ ਕੀ ਕਰੇ। ਢਿੱਲਾ ਬਹੁਤ ਹੋਇਆ ਉਦੋਂ ਮਜਬੂਰੀ ਬਣ ਗਈ, ਬੈਂਕ ਵਿੱਚ ਪੈਸੇ ਲਏ। 5,200 ਰੁਪਇਆ ਕਿਸ਼ਤ ਉਤਾਰ ਦਿੱਤੀ, 50,000 ਰੁਪਇਆ ਲੈ ਆਇਆ। ਉਹ ਬੈਂਕ ਵਾਲਿਆਂ ਨੇ ਤੇ ਕਿਸ਼ਤ ਲੈਣੀ ਲੈਣੀ ਹੈ, ਤੁਸੀਂ ਭਾਵੇਂ ਬਿੱਲ ਤਾਰੋ ਭਾਵੇਂ ਨਾ ਤਾਰੋ। ਤੇ ਬਿੱਲ ਵਾਲਿਆਂ ਨੇ ਵੀ ਆਣਾ ਬਿੱਲ ਤਾਰੋ ਹਰ ਸੂਰਤ ਤੇ ਬੈਂਕ ਦੀ ਕਿਸ਼ਤ ਭਾਵੇਂ ਦਿਓ ਭਾਵੇਂ ਨਾ ਦਿਓ। ਲੇਕਿਨ ਲਵੇਂ ਮੀਟਰ ਹਾਂ ਹਾਲਾਂਕਿ ਮੀਟਰ ਨਾਲ ਉਹਨਾਂ ਦਾ ਕਨੈਕਸ਼ਨ ਕੋਈ ਹੈ ਕਿ ਪੈਸੇ ਅਸੀਂ ਮੀਟਰ ਦੇ ਦਿੱਤੇ, ਜਾ ਉਹ ਤੋਂ ਤਾਰ ਲਾ ਸਕਦੇ ਸੀ, ਬਾਕੀ ਮੀਟਰ ਲਾ ਸਕਦੇ। ਉਹ ਮੀਟਰ ਲਾ ਕੇ ਖੜਦੇ ਨੇ ਤਾਰ। ਹਰ ਪਾਸੋਂ ਮਤਲਬ ਇੱਕ ਗਰੀਬ ਆਦਮੀ ਨੂੰ ਮਾਰ ਹੈ। ਹਾਂ ਔਰ ਜਾਂ ਤੇ ਫਿਰ ਮੀਟਰ ਉਹਨਾਂ ਹੈ, ਜਾ ਪਹਿਲਾਂ ਪੈਸੇ ਮੀਟਰ ਦੇ ਲੈਂਦੇ ਨੇ, ਤਾਰ ਦੇ ਪਹਿਲਾਂ ਪੈਸੇ ਲੈਂਦੇ ਨੇ। ਤੇ ਫਿਰ 2 ਮਹੀਨੇ ਲੰਘ ਰਹਿੰਦੇ ਤੇ ਮੀਟਰ ਲਾਣਾ ਹੁੰਦਾ ਤੇ ਜੇ 6-6 ਮਹੀਨੇ ਬਿਜਲੀ ਆ ਰਕਾਂਦੇ ਰਹਿਣਾ ਜੀ ਆਏ ਨਹੀਂ, ਆਇਆ ਪਿਆਰ ਵੇ ਕਹਿੰਦੇ ਆਇਆ ਹੀ ਨਹੀਂ, ਆਇਆ ਨਹੀਂ। ਕੋਈ ਖਰਚਾ ਮਰਚਾ ਦਿਓ ਤੇ ਫੇਰ ਹੀ ਲਾਉਣ ਦੇਣਾ, 2-400 ਦੇਣਾ ਹੀ ਹੈ ਤੇ ਤਾਂ ਹੀ ਲਾਣਾ ਨੇ। ਮੁਸਲਮਾਨ ਅਸੀਂ ਕਲਮਾ ਪੜ੍ਹਨ ਆ ਰਹੇ ਹਾਂ, ਅਸੀਂ ਲਾ ਇਲਾਹਾ ਇल्लल्लाह ਮੁਹੰਮਦ ਰਸੂਲullah ਅਸੀਂ ਪੜ੍ਹਨ ਆ ਰਹੇ ਹਾਂ। ਸਾਡਾ ਇਹ ਮੁਲਕ ਵੀ ਲਾ ਇਲਾਹਾ ਇल्लल्लाह ਦੀ ਬੁਨਿਆਦ ਤੇ ਬਣੇ ਆ, ਪਰ ਹੋ ਕੀ ਰਿਹਾ ਇੱਥੇ। ਬਾਹਰ ਦੇ ਮੁਲਕ ਨੇ ਉਹਨਾਂ ਦੇ ਵਿੱਚ ਉਹਨਾਂ ਨੇ ਗਏ ਨਹੀਂ, ਬਾਕੀ ਸੁਣਦੇ ਰਹੇ ਜੋ ਵਿਹਲੇ ਨੇ ਉਹਨਾਂ ਦਾ ਬਿਜਲੀ ਦਾ ਬਿੱਲ ਨਹੀਂ ਲੈਂਦੇ ਹੈ। ਸਹੂਲਤਾਂ ਨੇ ਨਾ, ਗੌਰਮੈਂਟਾਂ ਨੇ ਸਹੂਲਤਾਂ ਦਿੱਤੀਆਂ ਨੇ, ਖਰਚਾ ਦਿੰਦੀ ਗੌਰਮੈਂਟ। ਸਾਡੇ ਉਹਦੇ ਨਾਲ ਭਾਵੇਂ ਮਰਦੇ ਹੋ ਕੇ ਤਾਂ ਵੀ ਉਹਦੇ ਨਾਲ ਕੋਈ। ਉਹ ਭਾਜੀ ਗੱਲ ਪਤਾ ਕੀ ਹੈ, ਇਹ ਵੇ ਕਿ ਉਹ ਜਿਹੜੇ ਨੇ ਨਾ ਉਹਨਾਂ ਦੇ ਜਿਹੜੇ ਹੁਕਮਰਾਨ ਨੇ ਨਾ, ਉਹਨਾਂ ਨੂੰ ਤੁਸੀਂ ਵੇਖੋ ਤੇ ਜੇ ਤੇ ਉਹ ਸਾਈਕਲ ਤੇ ਜਾਂਦੇ ਹੋਣ ਪਏ, ਉਹ ਇਕੱਲੇ ਜਾਂਦੇ ਹੋਣ ਪਏ। ਉਹ ਸਾਡੇ ਜਿਹੜੇ ਨੇ ਸਾਡਿਆਂ ਦੇ ਤੇ ਤੁਸੀਂ ਵੇਖੋ ਤੇ ਪਹਿਲਾਂ ਘੰਟਾ 2-2 ਘੰਟੇ ਸੜਕਾਂ ਬੰਦ ਹੋ ਜਾਂਦੀਆਂ ਨੇ, 40-40 ਗੱਡੀਆਂ ਅੱਗੇ ਤੇ ਪਿੱਛੇ ਹੁੰਦੀਆਂ ਨੇ। ਆਪਣੀਆਂ ਸਹੂਲਤਾਂ ਨੇ ਨਾ ਜਿਹੜਾ ਵੀ ਆਉਂਦਾ ਉਹ ਜਨਾਬ ਆਪਣੇ ਪ੍ਰੋਟੋਕੋਲ ਤੇ ਆਪਣੀਆਂ ਜਨਾਬ ਮੌਜ ਮਸਤੀਆਂ ਦੇ ਵਿੱਚ ਲੱਗੇ ਆਉਂਦਾ, ਆਵਾਮ ਦੀ ਕਿਸੇ ਨੂੰ ਕੋਈ ਪਰਵਾਹ ਹੀ ਨਹੀਂ ਹੈ। ਜਿਸ ਕਿਸੇ ਦੇ ਵੀ ਜਲਸੇ ਤੇ ਜਾਓ, ਜਿਸ ਕਿਸੇ ਦੀ ਵੀ ਗੱਲ ਸੁਣੋਗੇ ਤੇ ਉਹ ਇਹ ਦੱਸ ਆਖਦਾ ਵੇਦਾ ਪਿਆ ਕਿ ਮੈਨੂੰ ਆਵਾਮ ਦਾ ਬੜਾ ਦਰਦ ਹੈ, ਮੈਂ ਆਵਾਮ ਨਾਲ ਬੜਾ ਪਿਆਰ ਕਰਨਾ, ਮੈਂ ਆਵਾਮ ਵਾਸਤੇ ਇਹ ਕੁਰਬਾਨੀਆਂ ਦੇ ਰਿਹਾ ਵਾਂ, ਮੈਂ ਆਵਾਮ ਵਾਸਤੇ ਇਹ ਕੁਰਬਾਨੀਆਂ ਦੇ ਦਿੱਤੀਆਂ ਨੇ। ਬਾਕੀ ਗੱਲ ਇਹ ਵੇ ਕਿ ਹਕੀਕਤਾਂ ਇਹ ਵੇ ਕਿ ਆਵਾਮ ਜਿਹੜੀ ਹੈ ਉਹ ਮਰਦੀ ਹੈ, ਮਰਦੀ ਮਰ ਗਈ ਆਵਾਮ। ਆਵਾਮ ਦੇ ਤੇ ਹਾਲਾਤ ਨੇ ਕਿ 15,000 ਰੁਪਇਆ ਤਨਖਾਹ ਹੈ ਤੇ 20-22 ਰੁਪਇਆ ਤੇ 17,000 ਰੁਪਇਆ ਬਿਜਲੀ ਦਾ ਬਿੱਲ ਆਉਂਦਾ ਪਿਆ। ਖਾਣਾ ਕਿਸੇ ਨੇ ਕਿਵੇਂ, ਬੱਚਿਆਂ ਨੂੰ ਕਿਸੇ ਨੇ ਟੁੱਕਰ ਕਿੱਥੋਂ ਖਵਾਉਣਾ। ਟਮਾਟਰ ਬੰਦੇ ਕੋਲ ਦੇ ਆ ਰਿਹਾ 2,000 4,000 ਦੀ 1,000 ਦੇ 1,500 ਦੀ, ਉਹ ਨਿੱਕੀ ਆਪਰੇਸ਼ਨ ਦੇ ਫਰੀ ਹੋ ਗਿਆ ਸਾਡਾ। ਬਸ ਉਹਦੀਆਂ ਦਵਾਈਆਂ ਲਿਆ, ਉਹਨੂੰ ਖਵਾ ਪਿਆ ਕਰਾ, ਉਹ ਬੱਚੀ ਅੱਲਾ ਦੀ ਕਿਸਮ ਅਗਲੇ ਦਿਹਾੜੇ ਵੀ ਮਤਲਬ ਐ ਸ਼ਾਮੀ ਨਾ
ਉਹ ਕੁਰਿਆਲ ਗਈ ਹੈ ਤੇ ਉੱਥੇ ਟੈਪ ਹੀ ਹੈ। ਫਿਰ ਚੁੱਕ ਕੇ ਤੇ ਕੋਠਲੇ ਲੈ ਗਏ ਆ ਰਾਤੀ ਛੋਟੇ ਤੇ ਉੱਥੇ ਰੁਪਈਆ 1000 ਫਿਰ ਲਾ ਕੇ ਆਏ। ਉਹਦਾ ਅਸੀਂ ਕੀ ਕਰੇ ਬੰਦਾ? ਇੰਨੀ ਜ਼ਰੂਰਤ ਨਹੀਂ ਹੈ ਉਹ ਬੱਚੀ ਨੂੰ ਕਿ 2000 ਤੋਂ ਦੁੱਧ ਕਿੰਨਾ ਲਿਆ ਕੇ ਦੇ ਦਈਏ। ਕਿੱਥੋਂ ਲਿਆ ਕੇ ਦੇਣਾ ਜਦੋਂ ਫਰੂਟ ਹੀ ਲਿਆ ਕੇ ਖਵਾ ਹਾਂ। ਦਈਏ। ਹੁਣ ਗੱਲ ਇਹ ਵੇ ਕਿ ਚਲੋ ਪਹਿਲਾਂ ਤੇ ਕਿਸੇ ਕੋਲੋਂ 1000 2000 ਮੰਗਿਆ ਲੱਭ ਜਾਂਦਾ ਆ, ਹੁਣ ਵੀ ਚਲੋ ਕਿ ਉਹ ਕੋਈ ਅੱਲਾ ਦਾ ਭਲਾ ਬੰਦਾ ਹੈ ਦੇ ਸਕੇ ਨਹੀਂ ਭਲਾ ਤੇ ਕਰ ਖੁਦ ਵੀ ਬੰਦੇ ਤੇ ਤੂੰ ਹਿਸਾਬ ਲਾਉਂਦੇ ਨੇ ਪਰ ਜਿਹੜਾ ਅੱਜ ਮੰਗਣ ਆਏ ਨੇ ਵੱਡੇ ਸਾਨੂੰ ਕਿੱਥੋਂ ਦੇਣੇ ਨੇ? ਸਾਨੂੰ ਕਿੱਥੋਂ ਦੇਣੇ ਨੇ? ਨਾਲੇ ਇਹ ਵੇ ਕਿ ਉਹ ਵੀ ਆਪੂ ਉਹਨਾਂ ਦੇ ਵੀ ਹਾਲਾਤ ਮਾੜੇ ਹੋ ਗਏ ਨੇ। ਹੁਣ ਪਹਿਲਾਂ ਚਲੋ ਕੋਈ ਮਿਡਲ ਕਲਾਸ ਹੁੰਦਾ ਆ, ਉਹ ਕਿਸੇ ਮਾੜੇ ਦੀ ਮਦਦ ਕਰ ਦਿੰਦਾ, ਉਹ ਹੁਣ ਮਿਡਲ ਕਲਾਸ ਵੀ ਕੋਈ ਰਹਿ ਗਿਆ। ਹੁਣ ਜਿਤਨੇ ਮਿਡਲ ਕਲਾਸ ਨੇ ਉਹ ਵੀ ਗਰੀਬ ਹੀ ਹੋ ਗਏ ਨੇ। ਹਾਲਾਤ ਕੋਈ ਨਹੀਂ ਹੈ। ਅੱਲਾਹ ਤਾਲਾ ਹੀ ਆਇਆ, ਅੱਲਾਹ ਤਾਲਾ ਇਸ ਮੁਲਕ ਤੇ ਆਪਣੀਆਂ ਰਹਿਮਤਾਂ, ਆਪਣੀਆਂ ਬਰਕਤਾਂ, ਆਪਣੀ ਸ਼ਫਕਤ ਅਤਾ ਫਰਮਾਨ।